ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਅੱਗੇ ਸਾਖੀ ਬਾਬਾ ਬੁੱਢਾ ਜੀ ਨੇ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ। ਜਦੋਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਬੂੜਾ ਨੂੰ ਬੁੱਢਾ ਸ਼ਬਦ ਕਹਿ ਕੇ ਨਵਾਜਿਆ ਸੀ, ਤਦ ਤੋਂ ਹੀ ਸਿੱਖ ਸੰਗਤਾਂ ਵਿੱਚ ਆਪ ਦਾ ਨਾਮ ਭਾਈ ਬੁੱਢਾ ਜੀ ਕਰਕੇ ਪ੍ਰਸਿੱਧ ਹੋ ਗਿਆ ਸੀ। ਹੁਣ ਹਰ ਕੋਈ ਆਪ ਨੂੰ ਭਾਈ ਬੁੱਢਾ ਜੀ ਕਹਿ ਕੇ ਬੁਲਾਉਂਦਾ ਸੀ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਆਪਣੀ ਖੁਸ਼ੀ ਨਾਲ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਵਿੱਚ ਛੱਡ ਗਏ ਸਨ। ਬਾਬਾ ਬੁੱਢਾ ਜੀ ਦੇ ਮਨ ਵਿੱਚ ਸਤਿਗੁਰ ਦੀ ਸੰਗਤ ਨਾਲ ਨਾਮ ਦੀ ਜਾਗ ਲੱਗ ਗਈ। ਆਪ ਹਰ ਵੇਲੇ ਪ੍ਰਭੂ ਦੇ ਸਿਮਰਨ ਵਿੱਚ ਲੀਨ ਰਹਿੰਦੇ, ਆਪਣੀ ਹਉਮੈ ਨੂੰ ਤਿਆਗ ਕੇ ਬੜੀ ਨਿਮਰਤਾ ਨਾਲ ਸਤਿਗੁਰ ਜੀ ਦੀ ਤੇ ਸਿੱਖ ਸੰਗਤਾਂ ਦੀ ਸੇਵਾ ਕਰਦੇ। ਆਪ ਲੰਗਰ ਦੀ ਸੇਵਾ ਕਰਦੇ, ਝਾੜੂ ਦਿੰਦੇ, ਡੇਰੇ ਦੀ ਲੰਬੀ ਲਿੰਬ ਪੋਚ ਕਰਦੇ, ਪੱਖਾ ਝਾਲਦੇ, ਬਸਤਰ ਧੋਂਦੇ, ਬਾਹਰ ਖੇਤਾਂ ਵਿੱਚ ਕੰਮ ਕਰਦੇ ਅਤੇ ਡੰਗਰਾਂ ਦੀ ਸਾਂਭ ਸੰਭਾਲ ਕਰਦੇ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸੇਵਾ ਕਰਦਿਆਂ ਬਾਬਾ ਬੁੱਢਾ ਜੀ ਹਰ ਸਮੇਂ ਖੇੜੇ ਵਿੱਚ ਰਹਿੰਦੇ। ਬਚਪਨ ਤੋਂ ਆਪ ਅਨਪੜ੍ਹ ਸਨ, ਪਰ ਸਤਿਗੁਰ ਜੀ ਦੀ ਸ਼ਰਨ ਆਉਣ ਤੋਂ ਬਾਅਦ ਆਪ ਨੇ ਗੁਰਮੁਖੀ ਪੜ੍ਹ ਲਈ ਸੀ। ਸਤਿਗੁਰ ਜੀ ਦੇ ਮਿਲਾਪ ਤੋਂ ਬਾਅਦ ਆਪ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਚੁੱਕਾ ਸੀ, ਜਿਸ ਕਰਕੇ ਆਪ ਦੀ ਸੁਰਤ ਸਦਾ ਉੱਚੇ ਮੰਡਲਾਂ ਵਿੱਚ ਰਹਿੰਦੀ ਸੀ। ਆਪ ਦੀ ਸੇਵਾ ਤੇ ਮਾਤਾ ਸੁਲੱਖਣੀ ਜੀ ਤੇ ਹੋਰ ਸੰਗਤਾਂ ਬੜੀਆਂ ਪ੍ਰਸੰਨ ਸਨ। ਆਪ ਨੇ ਸਤਿਗੁਰੂ ਜੀ ਦੀ ਬੇਅੰਤ ਬਾਣੀ ਗੁਰਸਿੱਖਾਂ ਪਾਸੋਂ ਪੜ੍ਹ ਸੁਣ ਕੇ ਕੰਠ ਕਰ ਲਈ ਸੀ ਤੇ ਹਰ ਸਮੇਂ ਬਾਣੀ ਦੇ ਪਾਠ ਦਾ ਅਭਿਆਸ ਕਰਦੇ ਰਹਿੰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ 3 ਲੰਮੀਆਂ ਉਦਾਸੀਆਂ ਵਿੱਚ ਸੰਸਾਰ ਦੇ ਬੇਅੰਤ ਜੀਵਾਂ ਦਾ ਉਧਾਰ ਕਰ ਚੁੱਕੇ ਸਨ। ਹੁਣ ਆਪ ਚੌਥੀ ਉਦਾਸੀ ਲਈ ਚੱਲ ਪਏ। ਇਸ ਉਦਾਸੀ ਸਮੇਂ ਸਤਿਗੁਰ ਜੀ 4 ਸਾਲ ਦੇ ਲਗਭਗ ਕਰਤਾਰਪੁਰ ਤੋਂ ਬਾਹਰ ਰਹੇ। ਇਹ ਸਾਰਾ ਸਮਾਂ ਬਾਬਾ ਬੁੱਢਾ ਜੀ ਕਰਤਾਰਪੁਰ ਰਹਿ ਕੇ ਮਾਤਾ ਸੁਲੱਖਣੀ ਜੀ ਤੇ ਸਤਿਗੁਰ ਜੀ ਦੇ ਸਾਹਿਬਜ਼ਾਦਿਆਂ ਦੀ ਸੇਵਾ ਕਰਦੇ ਰਹੇ। ਗੁਰੂ ਨਾਨਕ ਜੀ ਦੌਰਾ ਕਰਕੇ ਜਦੋਂ ਵਾਪਸ ਕਰਤਾਰਪੁਰ ਪੁੱਜੇ ਤਾਂ ਫਿਰ ਸੰਗਤਾਂ ਦੀ ਆਵਾਜਾਈ ਵੱਧ ਗਈ। ਬਾਬਾ ਜੀ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਤੇ ਸੰਗਤ ਦੀ ਸੇਵਾ ਅੱਗੇ ਨਾਲੋਂ ਵੱਧ ਚੜ੍ਹ ਕੇ ਕਰਦੇ। ਇਹਨਾਂ ਦਿਨਾਂ ਵਿੱਚ ਹੀ ਭਾਈ ਲਹਿਣਾ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਏ। ਭਾਈ ਲਹਿਣਾ ਜੀ ਬਾਬਾ ਬੁੱਢਾ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਦਿਨ ਰਾਤ ਜੁਟੇ ਰਹਿੰਦੇ। ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਦਾ ਆਪੋ ਵਿੱਚ ਬੜਾ ਗੂੜਾ ਪ੍ਰੇਮ ਸੀ। ਦੋਵੇਂ ਮਿਲ ਕੇ ਰੱਬੀ ਗਿਆਨ ਦੀ ਚਰਚਾ ਕਰਦੇ, ਗੁਰੂ ਨਾਨਕ ਜੀ ਦੇ ਪੁਰਾਤਨ ਸਿੱਖਾਂ ਨਾਲ ਸਤਸੰਗ ਕਰਦੇ ਤੇ ਉਹਨਾਂ ਕੋਲੋਂ ਸਤਿਗੁਰੂ ਜੀ ਦੇ ਜੀਵਨ ਦੀਆਂ ਕਥਾਵਾਂ ਸੁਣਿਆ ਕਰਦੇ। ਇਉਂ ਦੋਵੇਂ ਪ੍ਰੇਮੀ ਸਤਿਗੁਰੂ ਜੀ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਰਹਿੰਦੇ। ਕਿਸ ਸਮੇਂ ਵੀ ਸੇਵਾ ਤੋਂ ਮੂੰਹ ਨਾ ਮੋੜਦੇ। ਭਾਈ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਦੀ ਸੇਵਾ ਵੱਲ ਵੇਖ ਕੇ ਅਨੇਕਾਂ ਸਿੱਖ ਗੁਰੂ ਘਰ ਦੇ ਪ੍ਰੇਮੀ ਬਣਦੇ ਸਨ। ਸਭ ਸੰਗਤਾਂ ਆਪ ਦੀ ਸੇਵਾ ਦੀ ਸ਼ਲਾਘਾ ਕਰਦੀਆਂ ਸਨ। ਆਪ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਦੇ ਕੇ ਸਿੱਖੀ ਵਿੱਚ ਪਰਪੱਕ ਕਰਿਆ ਕਰਦੇ ਸਨ। ਬਾਬਾ ਬੁੱਢਾ ਜੀ ਦੀ ਸ਼ਾਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਸਮੇਂ ਤੋਂ ਹੀ ਬਾਬਾ ਬੁੱਢਾ ਜੀ ਸਤਿਗੁਰੂ ਜੀ ਦੀ ਸੇਵਾ ਵਿੱਚ ਕਰਤਾਰਪੁਰ ਵਿੱਚ ਟਿਕ ਗਏ ਸਨ। ਆਪ ਹਰ ਸਮੇਂ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ, ਹਰ ਪ੍ਰਕਾਰ ਦੀ ਸੇਵਾ ਕਰਦੇ। ਆਪ ਦੇ ਨਾਲ ਭਾਈ ਲਹਿਣਾ ਜੀ ਵੀ ਸੇਵਾ ਵਿੱਚ ਜੁਟੇ ਰਹਿੰਦੇ। ਕਿਸੇ ਦਿਨ ਬਾਬਾ ਜੀ ਸਤਿਗੁਰ ਜੀ ਤੋਂ ਆਗਿਆ ਲੈ ਕੇ ਆਪਣੇ ਨਗਰ ਰਾਮਦਾਸ ਚਲੇ ਜਾਂਦੇ ਤੇ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਆਉਂਦੇ।
ਮਿਲ ਕੇ ਆਉਂਦੇ। ਬਾਬਾ ਜੀ ਦੀ ਉਮਰ 17-18 ਸਾਲ ਦੀ ਹੋ ਗਈ। 5-6 ਸਾਲ ਆਪ ਜੀ ਗੁਰੂ ਜੀ ਦੀ ਸੇਵਾ ਵਿੱਚ ਹੀ ਰਹੇ ਤੇ ਆਈਆਂ ਸੰਗਤਾਂ ਤੇ ਗੁਰੂ ਜੀ ਦੀ ਰੱਜ ਕੇ ਸੇਵਾ ਕੀਤੀ। ਆਪ ਦੇ ਮਾਤਾ ਪਿਤਾ ਨੇ ਆਪ ਨੂੰ ਜਵਾਨ ਹੋਇਆ ਵੇਖ ਕੇ ਇੱਛਾ ਕੀਤੀ ਕਿ ਹੁਣ ਇਸ ਦਾ ਵਿਆਹ ਕਰਨਾ ਚਾਹੀਦਾ ਹੈ। ਬਾਬਾ ਜੀ ਦੀ ਬਿਰਤੀ ਸੇਵਾ ਵਿੱਚ ਤੇ ਪ੍ਰਭੂ ਦੇ ਸਿਮਰਨ ਵਿੱਚ ਲੱਗੀ ਵੇਖ ਕੇ ਉਹਨਾਂ ਨੂੰ ਸ਼ੰਕਾ ਸੀ ਕਿ ਅਸੀਂ ਬਗੈਰ ਬਾਬਾ ਜੀ ਦੀ ਮਰਜ਼ੀ ਦੇ ਵਿਆਹ ਦਾ ਉੱਦਮ ਕੀਤਾ ਤਾਂ ਇਹ ਕਿਤੇ ਇਨਕਾਰ ਹੀ ਨਾ ਕਰ ਦੇਵੇ। ਸੋ ਇਹ ਇਰਾਦਾ ਕਰਕੇ ਧਾਰ ਕੇ ਦੋਵੇਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਬੇਨਤੀ ਕੀਤੀ, ਸਤਿਗੁਰੂ ਜੀ, ਜੇ ਆਪ ਦੀ ਆਗਿਆ ਹੋਵੇ ਤਾਂ ਅਸੀਂ ਆਪ ਦੇ ਸੇਵਕ ਬੂੜੇ ਬਾਬਾ ਬੁੱਢਾ ਜੀ ਦੀ ਸ਼ਾਦੀ ਦਾ ਉੱਦਮ ਕਰੀਏ। ਸਾਡੀ ਇੱਛਾ ਹੈ ਕਿ ਅਸੀਂ ਆਪਣੇ ਪੁੱਤਰ ਦੀ ਸ਼ਾਦੀ ਕਰੀਏ ਤੇ ਇਸ ਨੂੰ ਗ੍ਰਸਤੀ ਬਣਾਈਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਗ੍ਰਸਤ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ। ਸਤਿਗੁਰੂ ਜੀ ਦਾ ਇਹ ਉਪਦੇਸ਼ ਹੋਇਆ ਕਰਦਾ ਸੀ ਕਿ ਹਰ ਸਿੱਖ ਗ੍ਰਸਤੀ ਬਣ ਕੇ ਧਰਮ ਦੀ ਕਿਰਤ ਕਰੇ, ਪ੍ਰਭੂ ਦਾ ਸਿਮਰਨ ਕਰੇ ਤੇ ਆਪਣੀ ਕਮਾਈ ਵੰਡ ਕੇ ਛਕੇ, ਤਦ ਹੀ ਸਿੱਖ ਪਰਮ ਗਤੀ ਪ੍ਰਾਪਤ ਕਰ ਸਕੇਗਾ। ਜੋਗੀਆਂ ਨਾਲ ਗੋਸ਼ਟ ਕਰਨ ਸਮੇਂ ਸਤਿਗੁਰੂ ਜੀ ਜੋਗੀਆਂ ਤੇ ਇਹੋ ਇਤਰਾਜ਼ ਕਰਿਆ ਕਰਦੇ ਸਨ ਕਿ ਤੁਸੀਂ ਅਸਲ ਜੋਗ ਤੋਂ ਭਟਕੇ ਫਿਰਦੇ ਹੋ, ਘਰ-ਬਾਰ ਛੱਡ ਕੇ ਉੱਧਰ ਪੂਰਨਾ ਲਈ ਫਿਰ ਗ੍ਰਸਤੀਆਂ ਦੇ ਦੁਆਰ 'ਤੇ ਜਾਂਦੇ ਹੋ। ਇਹ ਜੋਗ ਨਹੀਂ। ਜੋਗ ਮਾਇਆ ਵਿੱਚ ਰਹਿੰਦਿਆਂ ਮਾਇਆ ਤੋਂ ਨਿਰਲੇਪ ਰਹਿਣਾ ਤੇ ਫਿਰ ਪਰਮੇਸ਼ਰ ਦਾ ਸਿਮਰਨ ਕਰਨਾ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ, ਭਾਈ ਬੁੱਢਾ, ਤੇਰੇ ਮਾਤਾ ਪਿਤਾ ਦੀ ਇੱਛਾ ਹੈ ਕਿ ਤੇਰੀ ਸ਼ਾਦੀ ਕੀਤੀ ਜਾਏ, ਸੋ ਇਹਨਾਂ ਨਾਲ ਜਾ ਅਤੇ ਸ਼ਾਦੀ ਕਰਾ ਕੇ ਸੱਚਾ ਗ੍ਰਸਤੀ ਬਣ। ਇਹੋ ਸਿੱਖ ਦੀ ਮਰਿਆਦਾ ਹੈ। ਇਹ ਬਾਬਾ ਬੁੱਢਾ ਜੀ ਦਾ ਚੇਤਨ ਤਾਂ ਨਹੀਂ ਸੀ ਕਰਦਾ ਕਿ ਗ੍ਰਸਤ ਦੇ ਧੰਦੇ ਵਿੱਚ ਫਸਿਆ ਜਾਏ। ਉਸ ਦੀ ਇੱਛਾ ਇਹੋ ਸੀ ਕਿ ਇਸੇ ਤਰ੍ਹਾਂ ਕੁਆਰਿਆਂ ਰਹਿ ਕੇ ਹੀ ਸਾਰੀ ਉਮਰ ਗੁਰੂ ਘਰ ਦੀ ਸੇਵਾ ਕੀਤੀ ਜਾਏ। ਪਰ ਹੁਣ ਸਤਿਗੁਰੂ ਜੀ ਦਾ ਇਹ ਹੁਕਮ ਨੂੰ ਉਹ ਮੋੜ ਨਾ ਸਕਿਆ। ਉਹ ਆਪਣੇ ਮਾਤਾ ਪਿਤਾ ਨਾਲ ਤੁਰ ਪਿਆ। ਸਾਰਾ ਪਰਿਵਾਰ ਰਾਮਦਾਸ ਤੋਂ ਆਪਣੇ ਪਹਿਲੇ ਨਗਰ ਕੱਥੂ ਨੰਗਲ ਪਹੁੰਚ ਗਿਆ ਤੇ ਵਿਆਹ ਦੀ ਤਿਆਰੀ ਆਰੰਭ ਕਰ ਦਿੱਤੀ। ਇਸ ਵਿਆਹ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ। ਸਤਿਗੁਰੂ ਜੀ ਨੇ ਆਪਣੀ ਜਗ੍ਹਾ ਆਪਣੇ ਦੋਹਾਂ ਸਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਭੇਜ ਦਿੱਤਾ। ਮਾਤਾ ਸੁਲੱਖਣੀ ਜੀ ਵੀ ਬਾਬਾ ਬੁੱਢਾ ਜੀ ਦੇ ਪ੍ਰੇਮ ਦੇ ਖਿੱਚੇ ਵਿਆਹ ਵਿੱਚ ਸ਼ਾਮਲ ਹੋਣ ਲਈ ਕੱਥੂ ਨੰਗਲ ਪਹੁੰਚੇ। ਅਚਲ ਪਿੰਡ ਦੇ ਇੱਕ ਜੱਟ ਦੀ ਪੁੱਤਰੀ ਮਿਰੂਆ ਨਾਲ ਬਾਬਾ ਜੀ ਦਾ ਵਿਆਹ 15 ਫੱਗਣ ਸੰਮਤ 1580 ਦਿਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਹੋਇਆ। ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦਾ ਵਿਚਾਰ ਸੀ ਕਿ ਹੁਣ ਬਾਬਾ ਜੀ ਵਿਆਹ ਕਰਾ ਕੇ ਸਾਡੇ ਕੋਲ ਹੀ ਰਿਹਾ ਕਰਨਗੇ, ਪਰ ਬਾਬਾ ਜੀ ਦੀ ਪ੍ਰੀਤੀ ਗੁਰੂ ਚਰਨਾਂ ਵਿੱਚ ਐਸੀ ਜੁੜੀ ਚੁੱਕੀ ਸੀ ਕਿ ਉਹ ਇਸ ਸੇਵਾ ਨੂੰ ਛੱਡਣ ਲਈ ਤਿਆਰ ਨਹੀਂ ਸਨ। ਆਪ ਵਿਆਹ ਤੋਂ ਕੁਝ ਦਿਨ ਘਰ ਰਹਿ ਕੇ ਫਿਰ ਕਰਤਾਰਪੁਰ ਚਲੇ ਗਏ। ਸਤਿਗੁਰੂ ਜੀ ਦੀ ਸੇਵਾ ਉਹ ਪਹਿਲੇ ਵਾਂਗ ਹੀ ਬੜੇ ਪ੍ਰੇਮ ਨਾਲ ਕਰਦੇ। ਹਰ ਵੇਲੇ ਗੁਰਬਾਣੀ ਦੇ ਪਾਠ ਤੇ ਪ੍ਰਭੂ ਸਿਮਰਨ ਵਿੱਚ ਲੀਨ ਰਹਿੰਦੇ। ਨਾਮ ਦਾ ਅਭਿਆਸ ਕਰਕੇ ਆਪ ਉੱਚ ਮੰਡਲਾਂ ਵਿੱਚ ਵਿਚਰਦੇ। ਆਪ ਦੀ ਅਵਸਥਾ ਸਤਿਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਬਹੁਤ ਉੱਚੀ ਹੋ ਚੁੱਕੀ ਸੀ।
ਸਭ ਸਿੱਖ ਸੰਗਤਾਂ ਆਪ ਦੀ ਸੇਵਾ ਵੇਖ ਕੇ ਆਪ ਦੀ ਮਹਿਮਾ ਕਰਦੀਆਂ ਸਨ। ਆਪ ਸਤਿਗੁਰੂ ਜੀ ਦੇ ਦਰਸਾਏ ਗ੍ਰਸਥ ਧਰਮ ਵਿੱਚ ਰਹਿ ਕੇ ਪੂਰਨ ਗ੍ਰਸਤੀ ਜੀਵਨ ਬਤੀਤ ਕਰਨ ਲੱਗੇ। ਸਤਿਗੁਰੂ ਜੀ ਆਪ ਨੂੰ ਆਗਿਆ ਦੇ ਕੇ ਪਰਿਵਾਰ ਨੂੰ ਮਿਲਣ ਲਈ ਕਦੀ ਕਦੀ ਘਰ ਭੇਜ ਦਿਆ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਸਾਖੀ ਬਾਬਾ ਬੁੱਢਾ ਜੀ ਦੇ ਮਾਤਾ ਪਿਤਾ ਦਾ ਚਲਾਣਾ। ਇਹ ਆਪਾਂ ਅਗਲੇ ਪਾਰਟ ਵਿੱਚ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।